मैं पुलिस स्टेशन गई हैं, मैनू काफ़ी देर खड़े होना पिया। किसी ने मेरी कंप्लेंट नहीं लिखी क्योंकि ਸਾਡੇ ਵਿੱਚੋਂ ਕੁਝ ਬੱਚੇ ਇੱਦਾਂ ਦੇ ਸੀ ਜਿਨ੍ਹਾਂ ਦੇ ਫਾਦਰ ਵੀ ਐਕਸਪਾਇਰ ਹੋ ਗਏ ਸੀ ਜੱਦੋ-ਜਹਿਦ ਵਿੱਚ ਇਨਸਾਫ ਦੀ, ਔਰ ਕਿਸੇ ਦੇ ਹਸਬੈਂਡ ਵੀ ਐਕਸਪਾਇਰ ਹੋ ਗਏ ਆ। ਮੇਰੇ ਨਾਲ ਜਿਨ੍ਹਾਂ ਨੇ ਠੱਗੀ ਮਾਰੀ ਹੈ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਹੈ, ਜਿਨ੍ਹਾਂ ਦੇ ਓਨਰ ਹੈਗੇ ਆ ਦਵਿੰਦਰ ਗਿੱਲ ਤੇ ਕ੍ਰਿਸਪੀ ਖਹਿਰਾ, ਰਵਨੀਤ ਰੰਧਾਵਾ। ਹੁਣ ਤੱਕ ਇੰਸਟੀਚਿਊਟ ਚੱਲ ਰਿਹਾ ਜਿਸ ਵਿੱਚ ਬੱਚਿਆਂ ਨੂੰ ਠੱਗਿਆ ਜਾ ਰਿਹਾ। ਇਹਨਾਂ ਨੇ ਮੇਰਾ ਇੰਸਟੀਚਿਊਟ ਆਉਣਾ ਵੀ ਬੰਦ ਕਰਵਾ ਦਿੱਤਾ। ਮੈਂ ਇੰਸਟੀਚਿਊਟ ਆਉਂਦੀ ਸੀਗੀ ਤਾਂ ਉਹ ਗੇਟਕੀਪਰ ਗੇਟ ਨਹੀਂ ਖੋਲ੍ਹਦਾ ਸੀਗਾ। ਕਿ ਪੁਲਿਸ ਔਰ ਦਵਿੰਦਰ ਗਿੱਲ ਦਾ ਆਪਸ ਦੇ ਵਿੱਚ ਕਿੰਨੀ ਸਾਂਠ-ਕਾਟ ਹੈ? ਪੁਲਿਸ ਨੂੰ ਕੰਪਲੇਂਟ ਦਿੱਤੀ, ਉਹ ਸਿਰਫ ਕੰਪਲੇਂਟ ਹੀ ਸੀਗੀ, ਉਹਨਾਂ ਨੇ ਮੇਰੀ ਕੰਪਲੇਂਟ ਲਿਖੀ ਹੀ ਨਹੀਂ। ਉਹਨਾਂ ਨੇ ਮੈਨੂੰ ਖੜਾ ਕੇ ਰੱਖਿਆ ਫੇਸ 1 ਦੇ ਥਾਣੇ ਦੇ ਅੱਗੇ। ਨਹੀਂ ਤਾਂ ਦਵਿੰਦਰ ਗਿੱਲ ਇਹ ਜੋ ਹੈਗਾ ਤੈਨੂੰ ਮਤਲਬ ਖਤਮ ਕਰ ਦੇਗਾ, ਇਹਨੂੰ ਗਾਇਬ ਕਰਵਾ ਦੂਗਾ ਮੈਨੂੰ। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਾਫੀਆ ਹੈ ਇਮੀਗ੍ਰੇਸ਼ਨ ਕੰਸਲਟੈਂਟਸ ਦਾ, ਔਰ ਉਹ ਆਏ ਦਿਨ ਭੋਲੇ ਭਾਲੇ ਬੱਚਿਆਂ ਨੂੰ ਠੱਗਦੇ ਨੇ ਔਰ ਉਹਨਾਂ ਦਾ ਬੇਵਕੂਫ ਬਣਾਉਂਦੇ ਨੇ। ਲੱਖਾਂ ਕਰੋੜਾਂ ਰੁਪਏ ਦੀ ਠੱਗੀ ਹੁੰਦੀ ਹੈ ਔਰ ਇਹ ਮਾਫੀਆ ਦੇ ਵਿੱਚ ਇਕੱਲੇ ਉਹ ਨਹੀਂ ਸ਼ਾਮਲ, ਵਿੱਚ ਕੁਝ ਪੁਲਿਸ ਅਫਸਰ ਵੀ ਸ਼ਾਮਲ ਨੇ ਜਿਹੜੇ ਉਹਨਾਂ ਨੂੰ ਲਗਾਤਾਰ ਬਚਾਉਂਦੇ ਨੇ, ਜਿਹੜੇ ਕਿ ਬੱਚਿਆਂ ਦੀ FIRs ਦੇ ਉੱਪਰ ਐਕਸ਼ਨ ਨਹੀਂ ਕਰਦੇ। ਸਾਡੇ ਨਾਲ ਅੱਜ ਜੋਤੀ ਹੈ, ਉਹਦੇ ਨਾਲ ਗੱਲਬਾਤ ਕਰਦੇ ਆ ਕਿ ਉਹਦੇ ਨਾਲ ਕਿਹਨੇ ਠੱਗੀ ਮਾਰੀ ਔਰ ਕਿੰਨੇ ਦੀ ਮਾਰੀ ਔਰ ਕਦੋਂ ਮਾਰੀ। ਜੋਤੀ, ਤੁਹਾਡੇ ਨਾਲ ਕਿਹਨੇ ਠੱਗੀ ਮਾਰੀ ਹੈ? ਮੇਰੇ ਨਾਲ ਜਿਨ੍ਹਾਂ ਨੇ ਠੱਗੀ ਮਾਰੀ ਹੈ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਹੈ, ਜਿਨ੍ਹਾਂ ਦੇ ਓਨਰ ਹੈਗੇ ਆ ਦਵਿੰਦਰ ਗਿੱਲ ਤੇ ਕ੍ਰਿਸਪੀ ਖਹਿਰਾ, ਰਵਨੀਤ ਰੰਧਾਵਾ। ਇਹਨਾਂ ਦੇ ਖਿਲਾਫ ਮੈਂ ਕੰਪਲੇਂਟ ਕਰਨ ਦੀ ਕਾਫੀ ਵਾਰ ਕੋਸ਼ਿਸ਼ ਵੀ ਕੀਤੀ। ਮੈਂ ਪੁਲਿਸ ਸਟੇਸ਼ਨ ਗਈ ਹਾਂ, ਮੈਨੂੰ ਕਾਫੀ ਦੇਰ ਖੜੇ ਹੋਣਾ ਪਿਆ। ਕਿਸੇ ਨੇ ਮੇਰੀ ਕੰਪਲੇਂਟ ਨਹੀਂ ਲਿਖੀ, ਹਰਾਸਮੈਂਟ ਅਲੱਗ ਤੋਂ। ਜੇਕਰ ਮੈਂ ਆਪਣੇ ਰਾਈਟ ਦੇ ਬਾਰੇ ਗੱਲ ਕਰਾਂ, ਮੈਨੂੰ ਲੱਗਦਾ ਮੈਨੂੰ ਹਲੇ ਤੱਕ ਆਪਣਾ ਕੋਈ ਰਾਈਟ ਮਿਲਿਆ ਹੀ ਨਹੀਂ ਹੈ। ਮੈਨੂੰ ਲੱਗਦਾ ਮੈਂ ਇੰਨੀ ਦੇਰ ਤੋਂ ਇਸ ਕੇਸ ਨੂੰ ਲੈ ਕੇ ਲੜ ਰਹੀ ਹਾਂ ਤੇ ਹੁਣ ਜਾ ਕੇ FIR ਹੋਈ ਹੈ ਕੁਛ ਦਿਨ ਪਹਿਲਾਂ, ਔਰ ਸੈਪਟੈਂਬਰ ਤੋਂ ਮੈਂ ਇਹ ਲੜਾਈ ਨੂੰ ਲੜ ਰਹੀ ਹਾਂ 2021 ਤੋਂ। ਮੈਂ ਇਹਨਾਂ ਦੇ ਚਾਂਸ ਦੇ ਵਿੱਚ ਆਈ ਸੀਗੀ ਫਸਟ ਟਾਈਮ। ਮੈਂ ਇਹਨਾਂ ਦੀ ਐਡ ਦੇਖੀ ਸੀਗੀ ਜੋ ਕਿ ਇੰਸਟਾਗ੍ਰਾਮ ਦੇ ਉੱਤੇ ਫਲੈਸ਼ ਹੋ ਰਹੀ ਸੀ ਕੰਟੀਨਿਊ ਵਿੱਚ। ਉਹਦੇ ਵਿੱਚ ਲਿਖਿਆ ਸੀਗਾ ਤੁਸੀਂ 5.5 ਬੈਂਡਸ ਨਾਲ ਤੇ ਜੌਬ ਕਰਨ ਵਾਸਤੇ ਬਾਹਰ ਜਾ ਸਕਦੇ ਹੋ। ਅਪਾਰਟ ਫਰੋਮ ਦੈਟ ਤੁਹਾਨੂੰ ਇੱਕ ਸਕਿੱਲ ਵਰਕ ਵਾਸਤੇ ਅਸੀਂ ਇੱਕ ਤੁਹਾਨੂੰ ਕੋਰਸ ਕਰਾਵਾਂਗੇ ਜੋ ਕਿ ਸੀਗਾ ਮੇਕਅਪ ਆਰਟਿਸਟ ਦਾ ਕੋਰਸ, ਔਰ ਉੱਥੇ ਜਾ ਕੇ ਤੁਸੀਂ ਐਜ਼ ਅ ਮੇਕਅਪ ਆਰਟਿਸਟ ਕੰਮ ਵੀ ਕਰ ਸਕਦੇ ਹੋ, ਜੌਬ ਵੀ ਕਰ ਸਕਦੇ ਹੋ, ਤੁਹਾਨੂੰ PR ਵੀ ਮਿਲੇਗੀ। ਅਤੇ ਮੈਂ ਇਹਨਾਂ ਨੂੰ 20,000 ਰੁਪਇਆ ਜੋ ਸੀਗਾ ਉਹ ਦਿੱਤਾ ਵੀ ਸੀਗਾ, ਜੋ ਕਿ ਕਾਰਡ ਸਵਾਈਪ ਕਰਕੇ ਦਿੱਤਾ ਸੀਗਾ। ਫਿਰ ਮੈਨੂੰ ਗੱਲ ਖਟਕੀ, ਇਹਦੇ ਨੀਚੇ ਨਾ ਬਿਲਕੁਲ ਲਿਖਿਆ ਹੋਇਆ ਹੈ ਨਾਨ ਰਿਫੰਡੇਬਲ ਗ੍ਰੀਨ ਕਲਰ ਵਿੱਚ। ਮੈਂ ਸੋਚ ਰਹੀ ਸੀ ਕਿ ਕੋਈ ਵੀ ਆਰਗੇਨਾਈਜੇਸ਼ਨ ਹੈ ਉਹ ਇੱਥੇ ਇਹ ਤਾਂ ਨਹੀਂ ਲਿਖੇਗੀ ਫੀ ਪੇਡ ਇਜ਼ ਨਾਨ ਰਿਫੰਡੇਬਲ, ਉਹ ਵੀ ਗ੍ਰੀਨ ਇੰਕ ਨਾਲ। ਚਲੋ ਇੱਕ ਅਲੱਗ ਤੋਂ ਕੋਨੇ 'ਚ ਕਦੀ ਹੁੰਦਾ, ਬਟ ਇੱਦਾਂ ਕੋਈ ਲਿਖਦਾ ਨਹੀਂ ਹੈ ਜੇ ਉਹ ਬਾਹਰ ਦੀ ਹੈ ਇੱਦਾਂ, ਕਿਉਂਕਿ ਬਾਹਰ ਵੀ ਅਸੀਂ ਕਰਦੇ ਤਾਂ ਰਿਫੰਡ ਕਰ ਦਿੰਦੇ ਕੁਛ ਅਮਾਊਂਟ ਆਫ ਮਨੀ। ਫਿਰ ਮੈਂ ਇਹਨਾਂ ਨੂੰ ਪੁੱਛੀ ਇਹ ਗੱਲ, ਕਹਿੰਦੇ ਸਾਡੀ ਨਾ ਪੋਲਿਸੀ ਹੈ, ਨਹੀਂ ਤਾਂ ਹਰ ਬੱਚਾ ਇੱਦਾਂ ਮੰਗੇਗਾ, ਪਹਿਲਾਂ ਬੋਲੇਗਾ ਜਾਣਾ ਫਿਰ ਬੋਲੇਗਾ ਨਹੀਂ ਜਾਣਾ। ਮੈਂ ਕਿਹਾ ਠੀਕ ਆ। ਇਹਨਾਂ ਨੇ ਫਿਰ ਨੈਕਸਟ ਡੇ ਕਾਲ ਕੀਤਾ ਕਿ ਤੁਹਾਡਾ ਨਾ ਥੋੜ੍ਹੇ ਦਿਨ ਬਾਅਦ ਇਹਨਾਂ ਨੇ ਮੈਨੂੰ ਲੱਗਦਾ 2-3 ਦਿਨ ਬਾਅਦ ਹੀ ਕਾਲ ਕਰਤਾ ਸੀਗਾ ਕਿ ਤੁਹਾਡਾ ਨਾ ਹੋ ਗਿਆ, ਤੁਸੀਂ ਬਾਹਰਲੀ ਅਪਲਾਈ ਕਰ ਸਕਦੇ ਹੋ, ਤੁਹਾਡੇ ਡਾਕੂਮੈਂਟਸ ਜੈਨੂਇਨ ਹੈ। ਅਤੇ ਫਿਰ ਮੈਂ ਕਿਹਾ ਹੁਣ ਕਿੰਨੀ ਅਮਾਊਂਟ ਕਰਨੀ ਹੈ? ਇਹ ਕਹਿੰਦੇ ਤੁਸੀਂ 3,42,000 ਕਰਨੇ ਹੈ। ਫਿਰ ਮੈਂ ਕਿਹਾ ਇਹ ਥੋੜ੍ਹੀ ਮੁਸ਼ਕਿਲ ਹੈ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਇੰਤਜ਼ਾਮ ਕਰਦੀ ਹਾਂ। ਫਿਰ ਮੇਰੇ ਪੇਰੈਂਟਸ ਨੇ ਕਿਸੇ ਤਰ੍ਹਾਂ 3,42,000 ਦਾ ਇੰਤਜ਼ਾਮ ਕੀਤਾ ਅਤੇ ਅਸੀਂ 31/5/2021 ਨੂੰ ਇਹ ਅਮਾਊਂਟ ਦੇ ਕੇ ਆਏ, ਜੋ ਕਿ ਚੈੱਕ ਦੇ ਥਰੂ ਹੈ, ਇਹ 'ਚ ਲਿਖਿਆ ਵੀ ਹੋਇਆ। ਚੈੱਕ ਦੇ ਥਰੂ ਮੈਂ ਅਮਾਊਂਟ ਕਰਵਾਈ। ਮੇਰੇ ਕੋਲ ਵੈਸੇ ਉਸ ਚੈੱਕ ਦੀ ਵੀ ਕਾਪੀ ਹੈ। ਅਤੇ ਇਹਨਾਂ ਨੇ ਉਸ ਦਿਨ ਮੈਨੂੰ ਜਦ ਮੇਰੀ ਐਡਮਿਸ਼ਨ ਹੋ ਗਈ ਇਹ ਦਿੱਤਾ ਈਮੇਲ ਕਿ ਮੈਂ ਇਸ ਕੋਰਸ 'ਚ ਆ ਚੁੱਕੀ ਹਾਂ। ਇਹ ਕੈਨੇਡਾ ਦਾ ਹੈ, ਗਲੋ ਕਾਲਜ। ਔਰ ਫਿਰ ਇਹਨਾਂ ਨੇ ਮੈਨੂੰ 1/6 ਨੂੰ, ਜੋ ਕਿ ਨਵਾਂ ਮਹੀਨਾ ਜਦ ਸ਼ੁਰੂ ਹੋਇਆ ਜੂਨ ਦਾ, ਇਹਨਾਂ ਨੇ ਮੈਨੂੰ NOC ਵੀ ਦੇ ਦਿੱਤੀ ਕਿ ਨੋਨ ਓਬਜੈਕਸ਼ਨਲ ਸਰਟੀਫਿਕੇਟ ਬਾਹਰ ਜਾਣ ਵਾਸਤੇ। ਮੈਨੂੰ ਸਭ ਕੁਝ ਇੱਦਾਂ ਲੱਗ ਰਿਹਾ ਸੀਗਾ ਇੱਕ ਸੁਪਨੇ ਵਰਗਾ, ਅਤੇ ਸਭ ਕੁਝ ਇੰਨਾ ਜੈਨੂਇਨ ਲੱਗ ਰਿਹਾ ਸੀਗਾ। ਮੈਂ ਇਹਨਾਂ 'ਤੇ ਵਿਸ਼ਵਾਸ ਕਰ ਲਿਆ। ਇਹਨਾਂ ਨੇ ਮੈਨੂੰ ਜਿਹੜਾ ਔਨਲਾਈਨ ਪ੍ਰੋਗਰਾਮ ਕਿਹਾ ਸੀਗਾ, ਉਹ ਔਨਲਾਈਨ ਪ੍ਰੋਗਰਾਮ ਵਿੱਚ ਜੋ ਟੀਚਰਸ ਸੀਗੇ ਉਹ ਵੀ ਬੜੇ ਅੱਛੇ ਐਕਸੈਂਟ, ਲਾਈਕ ਆਈ ਥੋਟ ਦੇ ਆਰ ਫਰੋਮ ਅਬਰੋਡ, ਉਹ ਬਾਹਰ ਦੇ ਹੈਗੇ ਆ, ਪਰ ਉਹ ਵੀ ਮੈਨੂੰ ਲੱਗਦਾ ਇਹਨਾਂ ਦੇ ਨਾਲ ਮਿਲੇ ਹੋਏ ਸੀਗੇ। ਉਹਨੂੰ ਕਿਹਾ ਕਿ ਹੁਣ ਤਾਂ ਮੇਰਾ ਅਗਸਤ ਰਹਿ ਗਿਆ ਸੈਪਟੈਂਬਰ ਇਨਟੇਕ ਲਈ, ਮੇਰਾ ਵੀਜ਼ਾ ਕਦੋਂ ਤੁਸੀਂ ਅਪਲਾਈ ਕਰੋਗੇ ਸਾਰਾ ਕੁਝ। ਤਾਂ ਇਹਨਾਂ ਨੇ ਮੈਨੂੰ ਬੋਲਿਆ ਹਾਲੇ ਤਾਂ ਕੋਵਿਡ ਹੈ, ਹਾਲੇ ਹੋ ਨਹੀਂ ਸਕਦਾ, ਕਿ ਕੋਈ ਵੀ ਜਾ ਨਹੀਂ ਰਿਹਾ। ਬਟ ਸੇਮ ਟਾਈਮ ਮੇਰੀ ਇੱਕ ਫਰੈਂਡ ਹੈ, ਉਹਨੇ ਕਿਸੇ ਹੋਰ ਥਾਂ ਤੋਂ ਕੀਤਾ ਸੀਗਾ, ਉਹਦਾ ਬਾਹਰ ਦਾ ਹੋ ਗਿਆ। ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਉਹ ਜਦ ਬਾਹਰ ਜਾ ਰਹੀ ਹੈ ਤਾਂ 14-15 ਲੱਖ ਉਹਨੂੰ ਲੱਗਿਆ,
ਤੇ ਇੱਕ ਹੋਰ ਉਹਦੀ ਫਰੈਂਡ ਸੀਗੀ, ਉਹਦਾ ਵੀ ਇੰਨਾ ਕੀ ਖਰਚਾ ਹੋਇਆ ਪਰ ਉਹਦਾ ਵੀਜ਼ਾ ਲੱਗ ਗਿਆ, ਫਿਰ ਮੇਰਾ ਕਿਉਂ ਨਹੀਂ ਲੱਗ ਰਿਹਾ। ਇਸੀ ਚੀਜ਼ ਨੂੰ ਲੈ ਕੇ ਮੈਂ ਇਹਨਾਂ ਨੂੰ ਜਦ ਕੁਐਸਚਨ ਕੀਤਾ ਤਾਂ ਇਹਨਾਂ ਨੇ ਮੈਨੂੰ ਭੰਬਲ ਭੋਸਿਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਦੈਨ ਦੇ ਸੈਡ ਤੁਸੀਂ ਇੱਦਾਂ ਐਕਚੁਅਲੀ ਸਾਨੂੰ ਟਾਈਮ ਦਿਓ, ਐਕਚੁਅਲੀ ਨਾ ਕੁਝ ਪ੍ਰੋਬਲਮਸ ਆ ਰਹੀਆਂ, ਕਾਲਜ ਵੱਲੋਂ ਇਹ ਆ ਰਿਹਾ ਉਹ ਆ ਰਿਹਾ, ਮੈਨੂੰ ਘੁਮਾਈ ਜਾ ਰਹੇ। ਫਿਰ ਮੈਂ ਹੋਰ ਬੱਚਿਆਂ ਨੂੰ ਜਦ ਪੁੱਛਣਾ ਸ਼ੁਰੂ ਕਰਤਾ ਤਾਂ ਇਹਨਾਂ ਨੂੰ ਡਰ ਲੱਗ ਗਿਆ ਕਿ ਹੋਰ ਬੱਚਿਆਂ ਨੂੰ ਵੀ ਇਹ ਭੜਕਾਏਗੀ। ਇਹਨਾਂ ਨੇ ਮੇਰਾ ਇੰਸਟੀਚਿਊਟ ਆਉਣਾ ਵੀ ਬੰਦ ਕਰਵਾ ਦਿੱਤਾ। ਮੈਂ ਇੰਸਟੀਚਿਊਟ ਆਉਂਦੀ ਸੀਗੀ ਤਾਂ ਉਹ ਗੇਟਕੀਪਰ ਗੇਟ ਨਹੀਂ ਖੋਲ੍ਹਦਾ ਸੀਗਾ, ਜੇ ਮੈਂ ਕਾਲ ਕਰਦੀ ਸੀ ਮੇਰਾ ਕਾਲ ਨਹੀਂ ਪਿਕ ਕਰਦੇ ਸੀ, ਮੈਨੂੰ ਬਲੌਕ ਕਰ ਦਿੱਤਾ ਸੀਗਾ। ਮੈਂ ਬਹੁਤ ਕੋਸ਼ਿਸ਼ ਕੀਤੀ ਇਹਨਾਂ ਨੂੰ ਅਪਰੋਚ ਕਰਨ ਦੀ, ਮੈਂ ਹੈਲਪਲੈਸ ਹੋ ਗਈ ਸੀ, ਹੋਪਲੈਸ ਹੋ ਗਈ ਸੀ। ਮੈਨੂੰ ਲੱਗਾ ਮੇਰਾ ਸਭ ਕੁਝ ਖਤਮ ਹੋ ਗਿਆ, ਕਿਉਂਕਿ ਆਈ ਵਾਸ ਟੂ ਸ਼ੋਰ ਕਿ ਜਦ ਬੱਚੇ ਨੂੰ ਪਤਾ ਹੀ ਹੈ ਕਿ 2-3 ਮਹੀਨੇ ਬਾਅਦ ਉਹਨੇ ਚਲੇ ਜਾਣਾ ਔਰ ਸਭ ਕੁਝ ਠੀਕ ਹੈ ਔਰ ਮੈਂ ਇੰਨੀ ਐਜੂਕੇਟਿਡ ਹੈ, ਮਤਲਬ ਮੇਰੇ ਨਾਲ ਇੱਦਾਂ ਕੀ ਹੋ ਰਿਹਾ ਜਦ ਮੈਂ ਸਭ ਕੁਝ ਇਹਨਾਂ ਨੂੰ ਦੇ ਦਿੱਤਾ, ਆਪਣਾ ਕੰਪਲੀਟ ਡਾਕੂਮੈਂਟੇਸ਼ਨ ਸਭ ਕੁਝ ਕਰਕੇ ਦੇ ਦਿੱਤਾ। ਫਿਰ ਮੈਂ ਸੋਚਿਆ ਕਿ ਮੈਂ ਹੋਰ ਬੱਚਿਆਂ ਨਾਲ ਵੀ ਗੱਲ ਕਰਾਂ ਜੋ ਕਿ ਇਹ ਮੈਨੂੰ ਡਿਊਰਿੰਗ ਕੋਰਸ ਕਰਨ ਨਹੀਂ ਦਿੰਦੇ ਸੀਗੇ, ਕਿ ਸਾਡੇ ਅਲੱਗ-ਅਲੱਗ ਬੈਚਸ ਇਹਨਾਂ ਨੇ ਬਣਾ ਰੱਖੇ ਸੀਗੇ। ਮੇਰਾ ਬੈਚ 5 ਸੀਗਾ, ਮੇਰੇ ਤੋਂ ਪਹਿਲਾਂ ਬੈਚ 1 2 3 4 ਵੀ ਸੀਗੇ ਜੋ ਕਿ ਅਲੱਗ-ਅਲੱਗ ਈਅਰਸ ਦੇ ਸੀਗੇ। 2018 ਤੋਂ ਇਹ ਸਿਲਸਿਲਾ ਸਟਾਰਟ ਹੋਇਆ ਸੀ। ਉਹ ਸਭ ਦੇ ਡਿਫਰੈਂਟ ਫੀਸ ਸਟਰਕਚਰ ਸੀਗੇ। 2 ਲੱਖ ਤੋਂ ਸਟਾਰਟ ਹੋਏ ਸੀਗੇ, 2.5 3 3.5 ਤੇ ਉਹ ਮੇ ਬੀ ਹੁਣ ਤੱਕ ਇੰਸਟੀਚਿਊਟ ਚੱਲ ਰਿਹਾ ਜਿਸ ਵਿੱਚ ਬੱਚਿਆਂ ਨੂੰ ਠੱਗਿਆ ਜਾ ਰਿਹਾ। ਮੈਂ ਦਰਸ਼ਕਾਂ ਨੂੰ ਦਿਖਾਉਣਾ ਚਾਹਾਂਗਾ ਕਿ ਇਸ ਇੰਸਟੀਚਿਊਟ ਨੂੰ ਤੁਸੀਂ ਧਿਆਨ ਨਾਲ ਪੜ੍ਹੋ ਔਰ ਇਹ ਇੰਸਟੀਚਿਊਟ ਦੇ ਖਿਲਾਫ ਵਕੀਲ ਸਾਹਿਬ ਹੁਣੀ ਪ੍ਰੈਸ ਕਾਨਫਰੰਸ ਕਰਕੇ ਹਟੇ ਨੇ ਔਰ ਉਹਨਾਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਸ਼ਿਕਾਇਤਾਂ ਇਸ ਇੰਸਟੀਚਿਊਟ ਦੇ ਖਿਲਾਫ ਪੁਲਿਸ ਨੂੰ ਦੇ ਚੁੱਕੇ ਨੇ, ਲੇਕਿਨ ਅੱਜ ਵੀ ਉਹ ਇੰਸਟੀਚਿਊਟ ਚੱਲ ਰਿਹਾ। ਇਸ ਤੋਂ ਤੁਸੀਂ ਖੁਦ ਸਮਝ ਸਕਦੇ ਹੋ ਕਿ ਪੁਲਿਸ ਔਰ ਦਵਿੰਦਰ ਗਿੱਲ ਦਾ ਆਪਸ ਦੇ ਵਿੱਚ ਕਿੰਨੀ ਸਾਂਠ ਕਾਟ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰੇ ਪੁਲਿਸ ਵਾਲੇ ਕਰਪਟ ਹੈ, ਪਰ ਉਹ ਹਰ ਡਿਪਾਰਟਮੈਂਟ ਦੇ ਵਿੱਚ ਕਰਪਟ ਅਫਸਰ ਲੱਭ ਲੈਂਦਾ ਅਤੇ ਉਹਨਾਂ ਨਾਲ ਸੈਟਿੰਗ ਕਰ ਲੈਂਦਾ। ਅੱਛਾ ਜੋਤੀ, ਤੁਸੀਂ ਪੁਲਿਸ ਦੇ ਵਿੱਚ ਕੰਪਲੇਂਟ ਦਿੱਤੀ ਔਰ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? ਪੁਲਿਸ ਨੂੰ ਕੰਪਲੇਂਟ ਦਿੱਤੀ, ਉਹ ਸਿਰਫ ਕੰਪਲੇਂਟ ਹੀ ਸੀਗੀ, ਉਹਨਾਂ ਨੇ ਮੇਰੀ ਕੰਪਲੇਂਟ ਲਿਖੀ ਹੀ ਨਹੀਂ। ਉਹਨਾਂ ਨੇ ਮੈਨੂੰ ਖੜਾ ਕੇ ਰੱਖਿਆ ਫੇਸ 1 ਦੇ ਥਾਣੇ ਦੇ ਅੱਗੇ ਤੇ ਉਹਨਾਂ ਨੇ ਕੰਪਲੇਂਟ ਲਿਖੀ ਵੀ ਨਹੀਂ, ਮੈਨੂੰ ਸਿਰਫ ਹਰਾਸ ਹੀ ਕੀਤਾ। ਮੈਂ ਕਿੰਨੀ ਵਾਰ ਗਈ, ਹੋਰ ਬੱਚੇ ਵੀ ਲੈ ਕੇ ਗਈ, ਬੱਚਿਆਂ ਨੂੰ ਡਰਾ ਕੇ ਭਜਾਤਾ ਕਿਉਂਕਿ ਸਾਰੇ ਬੱਚੇ ਅਲੱਗ-ਅਲੱਗ ਜਗ੍ਹਾਵਾਂ ਤੋਂ ਸੀਗੇ, ਕੋਈ ਲੁਧਿਆਣੇ, ਕੋਈ ਜਲੰਧਰ, ਪਟਿਆਲਾ, ਹਰਿਆਣਾ, ਸਭ ਰਾਜਸਥਾਨ, ਦੂਰ ਜਗ੍ਹਾਵਾਂ ਤੋਂ ਇੱਥੇ ਆ ਕੇ ਪੀਜੀ ਵਿੱਚ ਰਹਿ ਰਹੀਆਂ ਸੀਗੀਆਂ ਕੁੜੀਆਂ। ਉਹ ਕੁੜੀਆਂ ਨੂੰ ਫੋਲੋ ਕਰਦੀਆਂ ਸੀਗੀਆਂ ਗੱਡੀਆਂ ਤੇ ਉਹ ਡਰ ਦੇ ਮਾਰੇ ਬੈਕ ਸਟੈਪ ਕਰ ਗਏ। ਆਈ ਵਾਸ ਦਾ ਮੇਨ ਕੰਪਲੇਨੈਂਟ, ਮੈਂ ਸੀਗੀ ਜੋ ਮੇਨ। ਤੇ ਬੱਚਿਆਂ ਤੋਂ ਇੰਸਟੀਚਿਊਟ ਚੱਲ ਰਿਹਾ ਤੇ ਉਹ ਟੀਚਰਸ ਕਾਲ ਕਰਵਾ ਕੇ ਬੋਲ ਰਹੇ ਕਿ ਉਹਨੂੰ ਬੋਲ ਕਿ ਆਪਣੀ ਕੰਪਲੇਂਟ ਲੈ ਲੈ, ਨਹੀਂ ਤਾਂ ਦਵਿੰਦਰ ਗਿੱਲ ਇਹ ਜੋ ਹੈਗਾ ਤੈਨੂੰ ਮਤਲਬ ਖਤਮ ਕਰ ਦੇਗਾ, ਇਹਨੂੰ ਗਾਇਬ ਕਰਵਾ ਦੂਗਾ ਮੈਨੂੰ। ਤੇ ਉਹਨਾਂ ਨੇ ਮੈਨੂੰ ਇਹ ਚੀਜ਼ ਬੋਲਣ ਦੀ, ਮੇਰਾ ਮਾਈਂਡ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਬੱਚਿਆਂ ਨੂੰ ਕਿਹਾ ਕਿ ਇਹਦਾ ਸਾਥ ਨਾ ਦਿਓ, ਤੁਹਾਡੇ ਨਾਲ ਵੀ ਇਹੀ ਹੋਏਗਾ। ਉਹ ਬੱਚਿਆਂ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਹੁਣ ਮੇਰੇ ਕੋਲ ਕੁਝ ਬੱਚੇ ਹੈ ਜਦ ਕਿ 200 ਬੱਚੇ ਹੈਗੇ ਆ ਜਿਨ੍ਹਾਂ ਦੇ ਨਾਲ ਇਹ ਸਭ ਕੁਝ ਹੋਇਆ ਹੈ। 3.5 2 ਲੱਖ 5 ਲੱਖ 8 ਲੱਖ ਫੈਸ਼ਨ ਸ਼ੋਅਸ ਕਰਾਉਂਦੇ ਸੀ, ਸੈਮੀਨਾਰਸ, ਉਹ ਵੀ ਬੱਚਿਆਂ ਤੋਂ ਪੈਸੇ ਲੈਂਦੇ ਸੀਗੇ। ਸਭ ਦੇ ਇੱਕ ਅਲੱਗ-ਅਲੱਗ ਉਹ ਹੈਗੇ ਆ, ਮੁੱਦੇ ਹੈਗੇ ਆ। ਅੱਛਾ ਜੋਤੀ, ਜਿਵੇਂ ਤੁਸੀਂ ਇਹ ਆਪਣੀ ਕੰਪਲੇਂਟ ਦੇ ਵਿੱਚ ਲਿਖਿਆ ਕਿ ਤੁਹਾਡੇ ਧਮਕੀਆਂ ਆਈਆਂ, ਤੁਹਾਨੂੰ ਲਾਈਫ ਦੀ ਥ੍ਰੈਟ ਹੈ ਔਰ ਤੁਹਾਨੂੰ ਇਹ ਗੱਲ ਕਹੀ ਹੈ ਉਹਨਾਂ ਨੇ ਇੰਡਾਇਰੈਕਟਲੀ ਕਿ ਤੁਹਾਨੂੰ ਮਰਵਾਤਾ ਜਾਏਗਾ ਜਾਂ ਤੁਹਾਡੀ ਲਾਈਫ ਨੂੰ ਕਿਸੇ ਤਰ੍ਹਾਂ ਦਾ ਹਾਰਮ ਪਹੁੰਚਾਇਆ ਜਾਏਗਾ, ਇਹ ਤੁਸੀਂ ਪੁਲਿਸ ਨੂੰ ਦੱਸਿਆ? ਸਭ ਤੋਂ ਪਹਿਲਾਂ ਤਾਂ ਸਰ ਮੈਂ ਪੁਲਿਸ ਨੂੰ ਜੇ ਮੈਂ ਜਾਂਦੀ ਸੀ ਉਹ ਤਾਂ ਮੇਰੇ ਨਾਲ ਕੋਆਪਰੇਟ ਨਹੀਂ ਕਰਦੇ ਸੀ, ਉਹਨਾਂ ਨੇ ਕੰਪਲੇਂਟ ਲਿਖੀ ਹੀ ਨਹੀਂ। ਮੈਂ ਜੋ ਵੀ ਕੁਝ ਕੀਤਾ, ਮੈਨੂੰ ਅਗਰ ਗਾਈਡ ਕੀਤਾ ਮੇਰੇ ਐਡਵੋਕੇਟ ਸਰ ਨੇ, ਵਰਿੰਦਰ ਜੀ ਸਰ ਨੇ ਮੈਨੂੰ ਕਾਫੀ ਅੱਛਾ ਗਾਈਡ ਕੀਤਾ। ਮੈਂ ਉਹਨਾਂ ਕਰਕੇ ਹੀ ਅੱਜ ਇਹਨਾਂ ਦੇ ਉੱਤੇ ਕੁਝ ਮਤਲਬ FIR ਕਰ ਪਾਈ ਹੈ। ਜਿੱਦਾਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਕਰਨਾ, ਮੈਂ ਉੱਦਾਂ ਕੀਤਾ। ਜਦ ਕਿ ਸਰ ਨੇ ਕੋਈ ਮਤਲਬ ਇੱਦਾਂ ਨਹੀਂ ਹੈ, ਮੇਰੇ ਤੋਂ ਕੋਈ ਫੀ ਵਗੈਰਾ ਕੁਝ ਨਹੀਂ ਲਿੱਤੀ। ਉਹਨਾਂ ਨੇ ਵੀ ਇੱਕ ਹੈਲਪ ਕੀਤੀ ਸਾਰੇ ਬੱਚਿਆਂ ਦੀ। ਉਹਨਾਂ ਨੇ ਵੀ ਇਹ ਚਾਹਿਆ ਕਿ ਸਾਨੂੰ ਬੱਚਿਆਂ ਨੂੰ ਇਨਸਾਫ ਮਿਲੇ। ਅਸੀਂ ਇੰਨੇ ਟਾਈਮ ਤੋਂ ਹਰਾਸ ਹੋ ਰਹੇ ਕਿਉਂਕਿ ਸਾਡੇ ਵਿੱਚੋਂ ਕੁਝ ਬੱਚੇ ਇੱਦਾਂ ਦੇ ਸੀ ਜਿਨ੍ਹਾਂ ਦੇ ਫਾਦਰ ਵੀ ਐਕਸਪਾਇਰ ਹੋ ਗਏ ਸੀ ਜੱਦੋ-ਜਹਿਦ ਵਿੱਚ ਇਨਸਾਫ ਦੀ, ਔਰ ਕਿਸੇ ਦੇ ਹਸਬੈਂਡ ਵੀ ਐਕਸਪਾਇਰ ਹੋ ਗਏ ਔਰ ਉਹਨਾਂ ਨੇ ਬੈਕ ਸਟੈਪ ਕਰ ਲਿਆ ਕਿਉਂਕਿ ਉਹਨਾਂ ਨੂੰ ਲੱਗਦਾ 2.5-3 ਲੱਖ ਰੁਪਏ ਥੋੜ੍ਹੀ ਅਮਾਊਂਟ ਹੈ ਔਰ ਇਸ ਤੋਂ ਜ਼ਿਆਦਾ ਤਾਂ ਸਾਡੀ ਆਉਣ ਜਾਣ ਔਰ ਅਸੀਂ ਹਰਾਸਮੈਂਟ 'ਚ ਹੀ ਰਹਿ ਜਾਏਗਾ, ਕੀ ਪਤਾ ਮਾਰੀ ਜਾਈਏ। ਇਸ ਕਰਕੇ ਸਾਰੇ ਬੱਚੇ ਪਿੱਛੇ ਹਟ ਕੇ, ਜਦ ਕਿ ਮੇਰੇ ਪੇਰੈਂਟਸ ਨੇ ਵੀ, ਮੇਰੇ ਫਾਦਰ ਸਾਹਿਬ ਨੇ ਇਹ ਚੀਜ਼ ਬੋਲੀ ਸੀਗੀ ਕਿ ਹਟ ਜਾ, ਪਰ ਮੈਂ ਹਟੀ ਨਹੀਂ ਕਿਉਂਕਿ ਮੈਨੂੰ ਲੱਗਦਾ ਮੇਰੇ
ਜੋ ਪੈਸੇ ਆ ਬਹੁਤ ਕਮਾਏ ਮੇਰੇ ਪਾਪਾ ਨੇ, ਬੜੀ ਮਿਹਨਤ ਨਾਲ ਕਮਾਏ ਆ। ਮੈਂ ਉਹ ਪੈਸੇ ਵਾਪਸ ਲੂੰਗੀ ਕਿਉਂਕਿ ਥੋੜ੍ਹੇ ਨਹੀਂ ਹੁੰਦੇ। 3.5 ਲੱਖ ਰੁਪਇਆ ਇੱਕ ਗਰੀਬ ਵਾਸਤੇ, ਆਪਣਾ ਕੰਮ ਸ਼ੁਰੂ ਕਰਨ ਵਾਸਤੇ ਵੀ। ਮੈਂ ਇਹ ਪੈਸਾ ਮੈਨੂੰ ਵਾਪਸ ਚਾਹੀਦਾ, ਔਰ ਹਰ ਬੱਚੇ ਦਾ ਮੈਨੂੰ ਪੈਸਾ ਵਾਪਸ ਚਾਹੀਦਾ ਕਿਉਂਕਿ ਉਹਨਾਂ ਨੇ ਵੀ ਕਿਤੋਂ ਲੋਨ ਲਿੱਤਾ ਸੀਗਾ, ਕਿਸੇ ਨੇ ਗੋਲਡ ਲੋਨ ਲਿੱਤਾ ਸੀ, ਕਿਤੋਂ ਨਾ ਕਿਤੋਂ ਅਰੇਂਜ ਕੀਤੇ ਸੀ। ਬਹੁਤ ਔਖੇ ਹੁੰਦੇ ਇੱਕ ਬੱਚੇ ਲਈ ਪੈਸੇ ਅਰੇਂਜ ਕਰਨੇ। 3 ਲੱਖ ਵੀ, ਜਿੱਥੇ ਬੱਚਾ ਬਾਹਰ ਜਾਣ ਵਾਸਤੇ 15 ਤੋਂ 20 ਲੱਖ ਰੁਪਇਆ ਕਰ ਰਿਹਾ, 3.5 ਲੱਖ ਵੀ ਘੱਟ ਨਹੀਂ ਹੁੰਦੇ। ਜਿਸ ਤਰ੍ਹਾਂ ਜੋਤੀ ਨੇ ਦੱਸਿਆ ਹੈ ਕਿ ਇਸ ਨੂੰ ਧਮਕੀਆਂ ਆਈਆਂ, ਬਾਕੀ ਬੱਚਿਆਂ ਨੂੰ ਧਮਕੀਆਂ ਆਈਆਂ, ਔਰ ਸਾਡੇ ਪਹਿਲਾਂ ਇੰਟਰਵਿਊ ਦੇ ਵਿੱਚ ਵਕੀਲ ਸਾਹਿਬ ਦੱਸ ਚੁੱਕੇ ਨੇ ਵੀ ਕਿਸ ਤਰੀਕੇ ਵਕੀਲ ਸਾਹਿਬ ਨੂੰ ਵੀ ਧਮਕੀ ਆ ਚੁੱਕੀ ਹੈ। ਮੈਂ ਇੱਕ ਗੱਲ ਸਾਰੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਣਾ ਹੈ, ਉਸ ਤੋਂ ਪਹਿਲਾਂ ਤੁਸੀਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਜਿਹੜੀ ਵੀ ਕੰਟਰੀ ਜਾਣਾ ਹੈ, ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਖੋਲ੍ਹੋ। ਉਹਦੇ ਵਿੱਚ ਆਥੋਰਾਈਜ਼ ਕੰਸਲਟੈਂਟ ਨੇ ਜਿਹੜੀ ਕਿ ਕੈਨੇਡਾ ਗੌਰਮੈਂਟ ਨੇ ਜਾਂ ਇੰਗਲੈਂਡ ਦੀ ਗੌਰਮੈਂਟ ਨੇ, ਆਸਟ੍ਰੇਲੀਆ ਦੀ ਗੌਰਮੈਂਟ ਨੇ ਆਥੋਰਾਈਜ਼ ਕੀਤੇ ਹੈ। ਸਿਰਫ ਉਹੀ ਰਿਕੋਗਨਾਈਜ਼ਡ ਨੇ। ਜਿਹੜੇ ਇੱਥੇ ਦੇ ਵੀ ਕੰਸਲਟੈਂਟ ਨੇ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਲਾਇਸੈਂਸ ਲਿਆ, ਉਹ ਵੀ ਰਿਕੋਗਨਾਈਜ਼ ਨਹੀਂ ਗਏ। ਕੈਨੇਡਾ ਗੌਰਮੈਂਟ ਨਹੀਂ ਮੰਨਦੀ ਉਹਨਾਂ ਨੂੰ, ਇੰਗਲੈਂਡ ਗੌਰਮੈਂਟ ਨਹੀਂ ਮੰਨਦੀ, ਆਸਟ੍ਰੇਲੀਆ ਗੌਰਮੈਂਟ ਨਹੀਂ ਮੰਨਦੀ। ਸੋ ਜੇ ਤੁਸੀਂ ਠੱਗੀ ਤੋਂ ਬਚਣਾ ਹੈ ਤੇ ਤੁਸੀਂ ਸਿੱਧਾ ਰਸਤਾ ਫੜੋ ਔਰ ਉਸ ਰਸਤੇ ਜਾਓ। ਇਹੋ ਜਿਹੇ ਠੱਗਾਂ ਕੋਲੋਂ, ਚੋਰਾਂ ਕੋਲੋਂ ਔਰ ਆਫਿਸ ਦੇਖ ਕੇ ਇੰਪ੍ਰੈਸ ਨਾ ਹੋਵੋ। ਆਫਿਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜਿੰਨਾ ਵੱਡਾ ਆਫਿਸ ਹੁੰਦਾ ਉਨਾ ਵੱਡਾ ਠੱਗ ਹੁੰਦਾ ਹੈ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ।